Good morning, students. I hope you all are very well. Now we will start our next chapter, chapter number 12, ਜਿਹਦਾ ਨਾਮ ਆ Problems of Excess Demand and Deficient Demand. ਅੱਜ ਆਪਾਂ ਉਹਦਾ ਫਰਸਟ ਟੌਪਿਕ ਕਰਨ ਜਾ ਰਹੇ ਹਾਂ। ਫॉर ਦਾ ਪੰਜਾਬੀ ਮੀਡੀਅਮ ਸਟੂਡੈਂਟ ਇਹਨੂੰ ਕੀ ਬੋਲਦੇ ਆ? ਵਾਧੂ ਅਤੇ ਅਪੂਰਨ ਮੰਗ ਦੀਆਂ ਸਮੱਸਿਆਵਾਂ। ਠੀਕ ਹੈ, ਇਨ ਦਾ ਜਨਰਲ ਵਰਡਸ ਜੇ ਆਪਾਂ ਦੇਖੀਏ ਕਿ ਐਕਸੈਸ ਡਿਮਾਂਡ ਕੀ ਹੁੰਦੀ ਹੈ ਤੇ ਡੈਫੀਸ਼ੀਐਂਟ ਡਿਮਾਂਡ ਕੀ ਹੁੰਦੀ ਹੈ। ਠੀਕ ਹੈ, ਐਕਸੈਸ ਦਾ ਮਤਲਬ ਹੁੰਦਾ ਐਕਸੈਸ ਦੇ ਵਿੱਚ ਜੋ ਚੀਜ਼ ਕੀ ਆ ਵੱਧ ਹੋਵੇ, ਐਕਸੈਸ ਦੇ ਵਿੱਚ ਪਈ ਆ ਆਪਣੇ ਕੋਲ ਵਾਧੂ ਹੋਵੇ, ਉਹਨੂੰ ਆਪਾਂ ਬੋਲਦੇ ਹਾਂ ਕਿ ਐਕਸੈਸ ਹੈ। ਠੀਕ ਹੈ, ਦੂਸਰੀ ਸਾਈਡ ਤੇ ਡੈਫੀਸ਼ੀਐਂਟ ਦਾ ਮਤਲਬ ਹੁੰਦਾ ਕੋਈ ਨਾ ਕੋਈ ਚੀਜ਼ ਦੇ ਵਿੱਚ ਕਮੀ ਰਹਿ ਜਾਣਾ, ਜੋ ਚੀਜ਼ ਕੀ ਆ ਇਨਕੰਪਲੀਟ ਹੁੰਦੀ ਆ ਉਹਨੂੰ ਆਪਾਂ ਬੋਲਦੇ ਹਾਂ ਡੈਫੀਸ਼ੀਐਂਟ, ਜਿਹਨੂੰ ਪੰਜਾਬੀ ਵਿੱਚ ਬੋਲਦੇ ਆ ਅਪੂਰਨ, ਜੋ ਪੂਰਾ ਨਾ ਹੋਵੇ। ਠੀਕ ਹੈ, ਇਸ ਤਰ੍ਹਾਂ ਆਪਾਂ ਇਸ ਚੈਪਟਰ ਦੇ ਵਿੱਚ ਪਹਿਲਾਂ ਐਕਸੈਸ ਡਿਮਾਂਡ ਤੇ ਫਿਰ ਡੈਫੀਸ਼ੀਐਂਟ ਡਿਮਾਂਡ ਦਾ ਮੀਨਿੰਗ ਦੇਖਾਂਗੇ ਤੇ ਉਸ ਤੋਂ ਬਾਅਦ ਇਹਦੀਆਂ ਡਾਇਗ੍ਰਾਮਸ ਬਣਾਵਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਦੇਖੋ ਸਟਾਰਟ ਕਰਦੇ ਹਾਂ ਆਪਾਂ ਐਕਸੈਸ ਡਿਮਾਂਡ ਕੀ ਹੁੰਦੀ ਆ, ਜਿਹਨੂੰ ਕਿ ਆਪਾਂ ਪੰਜਾਬੀ ਵਿੱਚ ਬੋਲਦੇ ਹਾਂ ਵਾਧੂ ਮੰਗ। ਠੀਕ ਹੈ, ਹੁਣ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਐਗਰੀਗੇਟ ਡਿਮਾਂਡ ਨੂੰ ਕੀ ਬੋਲਦੇ ਆ? EDV ਬੋਲਦੇ ਆ। ਠੀਕ ਹੈ, ਹੁਣ ਜਿਹੜੀ ਕੁੱਲ ਮੰਗ ਆ ਆਪਣੀ ਸਾਰੀ ਦੀ ਸਾਰੀ ਇਕੋਨਮੀ ਦੇ ਵਿੱਚ ਮੰਗ ਕੌਣ ਕਰਦਾ? ਠੀਕ ਹੈ, ਆਪਾਂ ਨੂੰ ਪਤਾ ਆਪਣੀ ਇਕੋਨਮੀ ਦੇ ਵਿੱਚ ਕੰਜ਼ੰਪਸ਼ਨ ਦੇ ਲਈ ਠੀਕ ਹੈ ਮੰਗ ਕੀਤੀ ਜਾਂਦੀ ਹੈ, ਇਨਵੈਸਟਮੈਂਟ ਦੇ ਲਈ ਮੰਗ ਕੀਤੀ ਜਾਂਦੀ ਹੈ, ਗਵਰਨਮੈਂਟ ਜੋ ਐਕਸਪੈਂਡੀਚਰ ਕਰਦੀ ਹੈ, ਸਰਕਾਰ ਜੋ ਖਰਚ ਕਰਦੀ ਹੈ ਉਹਦੇ ਲਈ ਮੰਗ ਕਰਦੀ ਹੈ। ਇਸ ਤੋਂ ਬਿਨਾਂ ਜਿਹੜੇ ਐਕਸਪੋਰਟ ਤੇ ਇੰਪੋਰਟਸ ਆ ਉਹਨਾਂ ਦੇ ਲਈ ਵੀ ਕੀ ਆ ਆਪਣੀ ਇਕੋਨਮੀ ਦੇ ਵਿੱਚ ਡਿਮਾਂਡ ਕੀਤੀ ਜਾਂਦੀ ਆ। ਸੋ ਇਸ ਤੋਂ ਬਾਅਦ ਦੇਖੋ ਜੋ ਕੰਜ਼ੰਪਸ਼ਨ ਦੇ ਲਈ ਡਿਮਾਂਡ ਕਰਦੀ ਆ ਉਹ ਕੌਣ ਕਰਦੀ ਹੈ? ਕੰਜ਼ਿਊਮਰਸ, ਜਿਵੇਂ ਕਿ ਆਪਾਂ ਉਪਭੋਗਤਾ ਵਾਂ, ਆਪਾਂ ਮੰਗ ਕਰਦੇ ਹਾਂ। ਠੀਕ ਹੈ, ਕੰਜ਼ਿਊਮਰਸ ਫॉर ਕਾਹਦੇ ਲਈ ਕਰਦੇ ਆ? ਕੰਜ਼ੰਪਸ਼ਨ ਦੇ ਲਈ, ਉਪਭੋਗ ਕਰਨ ਦੇ ਲਈ। ਸੋ ਜਿਹੜੇ ਪ੍ਰੋਡਿਊਸਰਸ ਹੁੰਦੇ ਆ ਇਨਵੈਸਟਮੈਂਟ ਕਰਨ ਦੇ ਲਈ ਕਰਦੇ ਆ, ਜੋ ਗਵਰਨਮੈਂਟ ਹੁੰਦੀ ਹੈ, ਸਰਕਾਰ ਹੁੰਦੀ ਹੈ, ਉਹ ਗਵਰਨਮੈਂਟ ਐਕਸਪੈਂਡੀਚਰ ਕਰਨ ਦੇ ਲਈ ਹੀ ਮੰਗ ਕਰਦੀ ਹੈ ਆਪਣੀ ਇਕੋਨਮੀ ਦੇ ਵਿੱਚ। ਇਸ ਤੋਂ ਬਿਨਾਂ ਜਿਹੜੇ ਫੋਰਨਰਸ ਹੁੰਦੇ ਨੇ ਉਹ ਐਕਸਪੋਰਟ ਤੇ ਇੰਪੋਰਟ, ਜਿਹਨੂੰ ਪੰਜਾਬੀ ਵਿੱਚ ਆਯਾਤ ਤੇ ਨਿਰਯਾਤ ਕਿਹਾ ਜਾਂਦਾ। ਠੀਕ ਹੈ, ਉਹਨਾਂ ਦੇ ਲਈ ਕੀ ਆ ਇਕੋਨਮੀ ਦੇ ਵਿੱਚ ਮੰਗ ਕਰਦੀ ਆ। ਸੋ ਜਦੋਂ ਆਪਾਂ ਇਹਨਾਂ ਸਾਰੀਆਂ ਨੂੰ ਚਾਰੇ ਦੇ ਚਾਰੇ ਕੰਪੋਨੈਂਟਸ ਨੂੰ ਪਲੱਸ ਕਰ ਦਿੰਨੇ ਆ ਵੀ ਆਪਣੀ ਇਕੋਨਮੀ ਦੇ ਵਿੱਚ ਕੁੱਲ ਮੰਗ ਆਪਣੇ ਕੋਲ ਮਿਲ ਜਾਂਦੀ ਹੈ। ਠੀਕ ਹੈ, ਵੀ ਆਪਣੀ ਇਕੋਨਮੀ ਦੇ ਵਿੱਚ ਕਿਹੜੇ ਲੋਕ ਕੀ ਆ ਮੰਗ ਕਰ ਰਹੇ ਆ, ਉਹਨਾਂ ਸਾਰਿਆਂ ਨੂੰ ਜਦੋਂ ਆਪਾਂ ਪਲੱਸ ਕਰ ਦਿੰਨੇ ਆ ਤਾਂ ਆਪਣੇ ਕੋਲ ਕੀ ਆ ਕੁੱਲ ਮੰਗ ਐਗਰੀਗੇਟ ਡਿਮਾਂਡ ਆ ਜਾਂਦੀ ਹੈ। ਠੀਕ ਹੈ, ਇਸ ਤੋਂ ਅੱਗੇ ਦੇਖੋ ਆਪਾਂ ਦੇਖਦੇ ਹਾਂ ਕਿ ਐਕਸੈਸ ਡਿਮਾਂਡ ਦਾ ਆਪਣੇ ਕੋਲ ਟੌਪਿਕ ਆ। ਐਕਸੈਸ ਡਿਮਾਂਡ ਕੀ ਹੁੰਦੀ ਆ? ਤਾਂ ਇਸ ਚੈਪਟਰ ਦੇ ਵਿੱਚ ਆਪਾਂ ਸਿਰਫ ਗੱਲ ਕਿਹਦੀ ਕਰਨੀ ਆ? AD ਦੀ, ਮਤਲਬ ਐਕਸੈਸ ਡਿਮਾਂਡ ਦੀ। ਠੀਕ ਹੈ, ਮਤਲਬ ਐਗਰੀਗੇਟ ਡਿਮਾਂਡ ਦੀ ਗੱਲ ਕਰਨੀ ਆ। ਜਦੋਂ ਐਗਰੀਗੇਟ ਡਿਮਾਂਡ ਆਪਣੀ ਇਕੋਨਮੀ ਦੇ ਵਿੱਚ ਐਗਰੀਗੇਟ ਸਪਲਾਈ ਦੇ ਨਾਲੋਂ ਜ਼ਿਆਦਾ ਵਾ, ਠੀਕ ਹੈ, ਕੁੱਲ ਮੰਗ ਜ਼ਿਆਦਾ ਵਾ ਕਿਹਦੇ ਨਾਲੋਂ? ਕੁੱਲ ਪੂਰਤੀ ਨਾਲੋਂ, ਤਾਂ ਉਸ ਸਿਚੁਏਸ਼ਨ ਨੂੰ ਆਪਾਂ ਕੀ ਬੋਲਦੇ ਹਾਂ ਕਿ ਆਪਣੀ ਇਕੋਨਮੀ ਦੇ ਵਿੱਚ ਐਕਸੈਸ ਡਿਮਾਂਡ ਦੀ ਕੀ ਆ ਸਿਚੁਏਸ਼ਨ ਆ। ਕਲੀਅਰ? ਇਸ ਤੋਂ ਅੱਗੇ ਆਪਾਂ ਇਹਦੀ ਡੈਫੀਨੇਸ਼ਨ ਕਰਨੀ ਆ। ਦੇਖੋ ਕਹਿੰਦੇ ਐਕਸੈਸ ਡਿਮਾਂਡ ਇੰਪਲਾਈਜ਼ ਅ ਸਿਚੁਏਸ਼ਨ ਵੈਨ aggregate demand exceeds aggregate supply corresponding to the full employment in the economy। ਕੀ ਕਹਿੰਦੇ ਆ ਕਿ ਵਾਧੂ ਮੰਗ ਐਕਸੈਸ ਡਿਮਾਂਡ ਕੀ ਹੁੰਦੀ ਹੈ? ਕਹਿੰਦੇ ਇਹ ਉਹ ਸਥਿਤੀ ਹੈ ਜਿਸ ਵਿੱਚ ਜਿਹੜੀ ਆਪਣੀ AD ਮਤਲਬ ਐਗਰੀਗੇਟਡ ਡਿਮਾਂਡ ਜ਼ਿਆਦਾ ਹੁੰਦੀ ਹੈ ਕਿਹਦੇ ਨਾਲੋਂ? ਐਗਰੀਗੇਟ ਸਪਲਾਈ ਦੇ ਨਾਲੋਂ। ਤਾਂ ਪਹਿਲਾਂ ਵੀ ਆਪਾਂ ਇਹੀ ਪੜ੍ਹ ਚੁੱਕੇ ਹਾਂ ਕਿ ਐਗਰੀਗੇਟ ਡਿਮਾਂਡ ਜਦੋਂ ਜ਼ਿਆਦਾ ਹੁੰਦੀ ਹੈ ਐਗਰੀਗੇਟ ਸਪਲਾਈ ਦੇ ਨਾਲ, ਉਦੋਂ ਆਪਾਂ ਬੋਲਦੇ ਹਾਂ ਵੀ ਆਪਣੀ ਇਕੋਨਮੀ ਦੇ ਵਿੱਚ ਕੀ ਹੈ ਐਕਸੈਸ ਡਿਮਾਂਡ ਦੀ ਕੀ ਹੈ ਪ੍ਰੋਬਲਮ ਆ। ਤਾਂ ਕਹਿੰਦੇ ਆਪਣੀ ਇਕੋਨਮੀ ਦੇ ਵਿੱਚ ਫੁੱਲ ਇੰਪਲਾਇਮੈਂਟ ਹੁੰਦੀ ਆ। ਆਹ ਪੁਆਇੰਟ ਆਪਾਂ ਯਾਦ ਰੱਖਣਾ ਕਿ ਆਪਣੀ ਇਕੋਨਮੀ ਦੇ ਵਿੱਚ ਫੁੱਲ ਇੰਪਲਾਇਮੈਂਟ ਦੀ ਸਿਚੁਏਸ਼ਨ ਹੋਣ ਦੇ ਬਾਅਦ ਕਹਿੰਦੇ ਫੁੱਲ ਇੰਪਲਾਇਮੈਂਟ ਹੁੰਦੀ ਆ। ਫੁੱਲ ਇੰਪਲਾਇਮੈਂਟ ਕਿਹਨੂੰ ਕਿਹਾ ਜਾਂਦਾ? ਜਦੋਂ ਸਾਰੇ ਲੋਕ ਜੋ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਕੰਮ ਮਿਲਿਆ ਹੋਇਆ। ਠੀਕ ਹੈ, ਪਰ ਫਿਰ ਵੀ ਕਹਿੰਦੇ ਆਪਣੀ ਇਕੋਨਮੀ ਦੇ ਵਿੱਚ ਜਿੰਨੀ ਸਪਲਾਈ ਹੋ ਰਹੀ ਆ ਉਹਦੇ ਤੋਂ ਵੱਧ ਕੀ ਹੁੰਦੀ ਆ? ਆਪਣੀ ਐਗਰੀਗੇਟਡ ਡਿਮਾਂਡ। ਤਾਂ ਉਸ ਪ੍ਰੋਬਲਮ ਨੂੰ ਆਪਾਂ ਕੀ ਬੋਲਦੇ ਆ? ਐਕਸੈਸ ਡਿਮਾਂਡ ਬੋਲਦੇ ਆ। ਠੀਕ ਹੈ, ਤਾਂ ਦੇਖੋ ਜਿਹੜੀ ਐਕਸੈਸ ਡਿਮਾਂਡ ਆ ਤੇ ਡੈਫੀਸ਼ੀਐਂਟ ਡਿਮਾਂਡ ਆ ਉਹ ਦੋਨੋਂ ਹੀ ਆਪਣੀ ਇਕੋਨਮੀ ਦੇ ਲਈ ਹਾਰਮਫੁਲ ਆ। ਮਤਲਬ ਕੀ ਆ ਇਹ? ਤਾਂ ਹੀ ਆਪਣੇ ਚੈਪਟਰ ਦਾ ਨਾਮ ਰੱਖਿਆ ਹੋਇਆ ਕਿ ਪ੍ਰੋਬਲਮਸ ਆਫ ਐਕਸੈਸ ਐਂਡ ਡੈਫੀਸ਼ੀਐਂਟ ਡਿਮਾਂਡ। ਮਤਲਬ ਐਕਸੈਸ ਡਿਮਾਂਡ ਵੀ ਬਹੁਤ ਸਾਰੀਆਂ ਪ੍ਰੋਬਲਮਸ ਲੈ ਕੇ ਆਉਂਦੀ ਆ ਤੇ ਡੈਫੀਸ਼ੀਐਂਟ ਡਿਮਾਂਡ ਜੋ ਘਟੀ ਹੋਈ ਡਿਮਾਂਡ ਆ ਉਹ ਵੀ ਬਹੁਤ ਸਾਰੀਆਂ ਕੀ ਆ ਸਮੱਸਿਆਵਾਂ ਲੈ ਕੇ ਆਉਂਦੀ ਆ। ਤਾਂ ਕਰਕੇ ਇਹ ਦੋਨੋਂ ਕੀ ਆ ਪ੍ਰੋਬਲਮਸ ਆ। ਸੋ ਆਪਾਂ ਕਹਿ ਸਕਦੇ ਹਾਂ ਕਿ ਆਪਣੀ ਇਕੋਨਮੀ ਦੇ ਵਿੱਚ ਫੁੱਲ ਇੰਪਲਾਇਮੈਂਟ ਹੋਣ ਦੇ ਬਾਵਜੂਦ ਕੀ ਆ ਆਪਣੀ ਜਿਹੜੀ ਐਗਰੀਗੇਟ ਡਿਮਾਂਡ ਉਹ ਜ਼ਿਆਦਾ ਹੁੰਦੀ ਹੈ ਐਗਰੀਗੇਟ ਸਪਲਾਈ ਦੇ ਨਾਲ, ਉਹਨੂੰ ਆਪਾਂ ਬੋਲਦੇ ਹਾਂ ਕਿ ਆਪਣੀ ਇਕੋਨਮੀ ਦੇ ਵਿੱਚ ਕੀ ਆ ਐਕਸੈਸ ਡਿਮਾਂਡ ਦੀ ਪ੍ਰੋਬਲਮ ਆ। ਸੋ ਪੰਜਾਬੀ ਦੇ ਵਿੱਚ ਦੇਖੋ ਕਿ ਵਾਧੂ ਮੰਗ ਉਹ ਸਥਿਤੀ ਹੁੰਦੀ ਹੈ ਜਦੋਂ ਅਰਥ ਵਿਵਸਥਾ ਦੇ ਵਿੱਚ
ਕੁੱਲ ਮੰਗ ਕੁੱਲ ਪੂਰਤੀ ਤੋਂ ਵੱਧ ਹੁੰਦੀ ਹੈ। ਠੀਕ ਹੈ, ਕੁੱਲ ਮੰਗ ਆ ਉਹ ਜ਼ਿਆਦਾ ਹੁੰਦੀ ਹੈ ਕਿਹਦੇ ਨਾਲੋਂ, ਕੁੱਲ ਪੂਰਤੀ ਦੇ। ਤਾਂ ਪਰ ਆਪਣੀ ਇਕੋਨਮੀ ਦੇ ਵਿੱਚ ਕਿਹੜੀ ਸਿਚੁਏਸ਼ਨ ਹੁੰਦੀ ਹੈ, ਪੂਰਨ ਰੁਜ਼ਗਾਰ, ਮਤਲਬ ਜਿੰਨੇ ਲੋਕਾਂ ਨੂੰ ਕੰਮ ਮਿਲਣਾ ਹੁੰਦਾ, ਕੰਮ ਕਰਨਾ ਚਾਹੁੰਦੇ ਆ, ਉਹਨਾਂ ਸਾਰਿਆਂ ਨੂੰ ਕੀ ਹੈ, ਆਸਾਨੀ ਦੇ ਨਾਲ ਕੰਮ ਮਿਲਿਆ ਹੋਇਆ ਹੁੰਦਾ। ਠੀਕ ਹੈ, ਤਾਂ ਉਹ ਸਿਚੁਏਸ਼ਨ ਨੂੰ ਬੋਲਦੇ ਆ ਪੂਰਨ ਰੁਜ਼ਗਾਰ ਦੀ ਸਮੱਸਿਆ। ਤਾਂ ਹੁਣ ਆਪਾਂ ਇਹਦੀ ਇੱਕ ਡਾਇਗਰਾਮ ਦੇਖਦੇ ਹਾਂ ਕਿ ਐਕਸੈਸ ਡਿਮਾਂਡ ਨੂੰ ਆਪਾਂ ਡਾਇਗਰਾਮ ਦੇ ਵਿੱਚ ਕਿੱਦਾਂ ਸ਼ੋ ਕਰ ਸਕਦੇ ਹਾਂ। ਸੋ ਦੇਖੋ ਆਪਾਂ ਡਾਇਗਰਾਮ ਦੇ ਵਿੱਚ ਪਹਿਲਾਂ ਕੀ ਬਣਾਉਣੇ ਆ, ਐਕਸ ਐਕਸਿਸ ਦੈਨ ਵਾਈ ਐਕਸਿਸ। ਐਕਸ ਐਕਸਿਸ ਤੇ ਆਪਾਂ ਇਨਕਮ, ਆਊਟਪੁੱਟ ਤੇ ਇੰਪਲੋਇਮੈਂਟ ਲੈ ਸਕਦੇ ਹਾਂ। ਠੀਕ ਹੈ, ਇਹਨਾਂ ਦਾ ਮੀਨਿੰਗ ਸੇਮ ਆ ਕਿਉਂਕਿ ਜਿੰਨੀ ਇਨਕਮ ਹੁੰਦੀ ਆ ਜਾਂ ਆਪਾਂ ਕਹਿ ਸਕਦੇ ਹਾਂ ਜਿੰਨੀ ਆਪਾਂ ਆਊਟਪੁੱਟ ਕਰਦੇ ਹਾਂ ਆਪਣੀ ਇਕੋਨਮੀ ਦੇ ਵਿੱਚ ਉਨੇ ਲੋਕਾਂ ਨੂੰ ਕੰਮ ਮਿਲਦਾ, ਜਿੰਨੇ ਲੋਕਾਂ ਨੂੰ ਕੰਮ ਮਿਲਦਾ ਉਨੀ ਹੀ ਉਹਨਾਂ ਦੀ ਕੀ ਹੋਊਗੀ, ਇਨਕਮ। ਠੀਕ ਹੈ, ਸੋ ਆਪਾਂ ਕੁਝ ਵੀ ਲੈ ਸਕਦੇ ਹਾਂ ਇਹਦੇ ਵਿੱਚ, ਇਨਕਮ ਚਾਹੇ ਆਊਟਪੁੱਟ ਚਾਹੇ ਇੰਪਲੋਇਮੈਂਟ। ਤਾਂ ਦੇਖੋ ਆਪਾਂ ਵਾਈ ਐਕਸਿਸ ਤੇ ਕੀ ਆ, ਆਪਾਂ ਏਡੀ ਐਂਡ ਏਐਸ ਬਣਾਉਣੀ ਹੈ ਕਿਉਂਕਿ ਆਪਾਂ ਇੱਥੇ ਸ਼ੋ ਕੀ ਕਰਨਾ, ਐਕਸੈਸ ਡਿਮਾਂਡ ਦੀ ਪ੍ਰੋਬਲਮ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਏਐਸ ਬਣਾਵਾਂਗੇ, ਮਤਲਬ ਐਗਰੀਗੇਟ ਸਪਲਾਈ ਕਰਵ ਬਣਾਵਾਂਗੇ। ਆਪਾਂ ਨੂੰ ਪਤਾ ਵਾ ਵੀ ਐਗਰੀਗੇਟ ਸਪਲਾਈ ਕਰਵ 45 ਡਿਗਰੀ ਦਾ ਐਂਗਲ ਬਣਾਉਂਦੀ ਹੈ, ਸੋ ਇੱਕ ਸਟ੍ਰੇਟ ਲਾਈਨ ਬਣ ਜੂਗੀ। ਠੀਕ ਹੈ, ਤਾਂ ਇਸ ਤੋਂ ਅੱਗੇ ਕੀ ਆ, ਕਹਿੰਦੇ ਆਪਣੇ ਇਕੋਨਮੀ ਦੇ ਵਿੱਚ ਫਸਟ ਆਪਾਂ ਕੀ ਮੰਨ ਕੇ ਚੱਲਦੇ ਹਾਂ ਕਿ ਆਪਾਂ ਪਲਾਨ ਕੀਤਾ ਸੀ ਕਿ ਆਪਣੀ ਪਲਾਨਡ ਡਿਮਾਂਡ ਕਿੰਨੀ ਹੋਊਗੀ, PF AD ਐਟ F। ਠੀਕ ਹੈ, ਇਹ ਆਪਣੀ ਕੀ ਆ, AD ਆ, ਮਤਲਬ ਐਗਰੀਗੇਟ ਡਿਮਾਂਡ। ਆਪਾਂ ਇੰਨਾ ਸਪੋਜ਼ ਕੀਤਾ ਸੀ ਵੀ ਆਪਣੀ ਇਕੋਨਮੀ ਦੇ ਵਿੱਚ ਇੰਨੀ ਡਿਮਾਂਡ ਹੋਊਗੀ। ਠੀਕ ਹੈ, ਸੋ ਆਪਣਾ ਇਕਲਿਬਰੀਅਮ ਫਸਟ ਕਿੱਥੇ ਆਊਗਾ, ਇੱਥੇ, ਕਿਉਂਕਿ AS ਲਾਈਨ AD ਨੂੰ ਇੱਥੇ ਕੱਟ ਰਹੀ ਹੈ, ਸੋ ਆਪਣਾ ਕੀ ਆ, ਇਕਲਿਬਰੀਅਮ ਇੱਥੇ ਬਣਦਾ ਸੀ। ਕਲੀਅਰ। ਪਰ ਅਸਲ ਦੇ ਵਿੱਚ ਆਪਣੀ ਇਕੋਨਮੀ ਦੇ ਵਿੱਚ ਐਕਚੁਅਲ ਡਿਮਾਂਡ ਕਿੰਨੀ ਹੋਈ, ਆਪਾਂ ਨੂੰ ਚਾਹੀਦੀ ਤਾਂ ਇੰਨੀ ਸੀ ਪਰ ਆਪਣੀ ਡਿਮਾਂਡ ਕੀ ਆ, ਉੱਪਰ ਚਲੀ ਗਈ। ਮਤਲਬ ਕਿ ਆਪਣੀ ਡਿਮਾਂਡ ਕੀ ਆ, ਜਿੰਨੀ ਆਪਾਂ ਪਲਾਨ ਕੀਤਾ ਸੀ ਉਸ ਤੋਂ ਜ਼ਿਆਦਾ ਹੋ ਗਈ। ਠੀਕ ਹੈ, ਸੋ ਆਪਾਂ ਨੂੰ ਜਿੱਥੇ ਇਕਲਿਬਰੀਅਮ ਇੱਥੇ ਚਾਹੀਦਾ ਸੀ, ਆਪਣਾ ਇਕਲਿਬਰੀਅਮ ਕਿੱਥੇ ਚਲਿਆ ਗਿਆ, ਈ ਪੁਆਇੰਟਸ ਤੇ ਚਲਿਆ ਗਿਆ। ਸੋ ਦੇਖੋ ਇੱਥੇ ਆਪਾਂ ਇੱਕ ਲੰਬੀ ਲਾਈਨ ਬਣਾ ਦੇਣੀ ਹੈ। ਠੀਕ ਹੈ, ਤਾਂ ਆਹ ਦੇਖੋ ਪਹਿਲਾਂ ਆਪਾਂ ਨੂੰ ਇਕਲਿਬਰੀਅਮ ਚਾਹੀਦਾ ਇੰਨਾ ਸੀ ਤੇ ਇਕਲਿਬਰੀਅਮ ਹੋਇਆ ਕਿੱਥੇ, ਇੱਥੇ। ਮਤਲਬ ਕੀ ਆ, ਐਗਰੀਗੇਟ ਡਿਮਾਂਡ ਚਾਹੀਦੀ ਆਪਾਂ ਨੂੰ ਇੰਨੀ ਸੀ ਪਰ ਐਕਚੁਅਲ ਦੇ ਵਿੱਚ ਹੋਈ ਕਿੰਨੀ, ਇੰਨੀ। ਤਾਂ ਆਪਾਂ ਕੀ ਪੜ੍ਹ ਰਹੇ ਹਾਂ ਕਿ ਆਪਣੀ ਇਕੋਨਮੀ ਦੇ ਵਿੱਚ ਜਦੋਂ AD ਕੀ ਹੋ ਜਾਂਦੀ ਹੈ, ਜ਼ਿਆਦਾ ਹੋ ਜਾਂਦੀ ਹੈ AS ਤੋਂ, ਮਤਲਬ ਕਿਹਦੇ ਵਿੱਚ ਵਾਧਾ ਹੋਇਆ, AD ਦੇ ਵਿੱਚ। ਤਾਂ ਹੀ ਕਰਕੇ ਆਪਾਂ ਇਹ AD ਨੂੰ ਉੱਪਰ ਸ਼ਿਫਟ ਕੀਤਾ ਕਿਉਂਕਿ AD ਦੇ ਵਿੱਚ ਜਦੋਂ ਵਾਧਾ ਹੁੰਦਾ ਤਾਂ ਆਪਾਂ ਉਹਨੂੰ ਉੱਪਰ ਨੂੰ ਸ਼ਿਫਟ ਕਰਦੇ ਹਾਂ। ਸੋ ਦੇਖੋ ਇਸ ਤੋਂ ਅੱਗੇ ਆਪਾਂ ਕੀ ਕਹਿ ਸਕਦੇ ਹਾਂ ਕਿ ਆਪਣੀ ਇਕੋਨਮੀ ਦੇ ਵਿੱਚ ਆਪਾਂ ਨੂੰ ਇੰਨਾ ਇਕਲਿਬਰੀਅਮ ਚਾਹੀਦਾ ਸੀ ਪਰ ਆਪਣੇ ਕੋਲ ਇੰਨਾ ਮਿਲ ਗਿਆ। ਮਤਲਬ ਕੀ ਆ ਜੋ ਗੈਪ ਆ, ਠੀਕ ਹੈ, ਚਾਹੀਦਾ ਇੰਨਾ ਸੀ ਪਰ ਇੰਨਾ ਵਾਧਾ ਹੋਇਆ, ਉਸ ਪੁਆਇੰਟ ਨੂੰ ਆਪਾਂ ਕੀ ਬੋਲਾਂਗੇ ਕਿ ਇਹ ਆਪਣੀ ਕੀ ਹੈ, ਐਕਸੈਸ ਡਿਮਾਂਡ ਹੈ। ਠੀਕ ਹੈ, ਤਾਂ ਆ ਕੋਈ ਵੀ ਪੁਆਇੰਟ ਆਪਾਂ ਮੰਨ ਸਕਦੇ ਹਾਂ ਵੀ ਇਹ ਪੁਆਇੰਟ A ਆ, ਮਤਲਬ A ਤੋਂ ਲੈ ਕੇ E1 ਕੀ ਆ, ਆਪਣੀ ਐਕਸੈਸ ਡਿਮਾਂਡ ਆ, ਜੋ ਆਪਾਂ ਨੂੰ ਚਾਹੀਦੀ ਇੰਨੀ ਸੀ ਪਰ ਆਪਣੀ ਡਿਮਾਂਡ ਦੇ ਵਿੱਚ ਕੀ ਹੋਇਆ, ਵਾਧਾ ਹੋਇਆ। ਠੀਕ ਹੈ, ਤਾਂ ਇਸ ਪੁਆਇੰਟ ਦੇ ਉੱਪਰ ਜੋ ਆਪਾਂ ਨੂੰ ਪਲਾਨਡ ਡਿਮਾਂਡ ਕਿਹਾ ਸੀ ਆਪਾਂ, ਮਤਲਬ ADF, ਮਤਲਬ ਇਸ ਪੁਆਇੰਟ ਤੇ ਕੀ ਆ, ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਆ। ਠੀਕ ਹੈ, ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਆਪਾਂ ਕਿਹਾ ਸੀ। ਇਹ ਵਾਲੀ ਸਿਚੁਏਸ਼ਨ ਹੋਣ ਦੇ ਬਾਵਜੂਦ ਵੀ ਆਪਣੀ ਕੀ ਹੋਇਆ, ਡਿਮਾਂਡ ਦੇ ਵਿੱਚ ਕੀ ਹੋ ਗਿਆ, ਵਾਧਾ ਹੋ ਗਿਆ। ਤਾਂ ਆਪਾਂ ਇਹਨੂੰ ਇਦਾਂ ਦਿਖਾ ਸਕਦੇ ਹਾਂ, ਜੋ ਆਪਣੇ ਕੋਲ ਇਨਕਰੀਜ਼ ਹੋਇਆ ਉਹਨੂੰ ਆਪਾਂ ਬੋਲਦੇ ਹਾਂ ਕਿ ਉਹ ਆਪਣੀ ਕੀ ਹੈ, ਐਕਸੈਸ ਡਿਮਾਂਡ। ਕਲੀਅਰ। ਸੋ ਆਪਾਂ ਡਾਇਗਰਾਮ ਨੂੰ ਇੱਦਾਂ ਦਿਖਾ ਸਕਦੇ ਹਾਂ ਕਿ ਇਸ ਪੁਆਇੰਟ ਦੇ ਵਿੱਚ ਆਪਾਂ ਸ਼ੋ ਕੀ ਕਰਨਾ, ਐਕਸੈਸ ਡਿਮਾਂਡ। ਆਪਣੀ ਇਕੋਨਮੀ ਦੇ ਵਿੱਚ ਟੋਟਲ ਡਿਮਾਂਡ ਦੇਖਣੀ ਹੈ ਪਹਿਲਾਂ ਕਿੰਨੀ ਆ, ਆਪਾਂ ਦੇਖਦੇ ਹਾਂ ਉੱਪਰ ਤੋਂ ਸਟਾਰਟ ਹੋਣਾ, A ਤੋਂ ਲੈ ਕੇ YF ਤੱਕ। ਠੀਕ ਹੈ, ਆਪਣੀ ਟੋਟਲ ਡਿਮਾਂਡ ਕਿੰਨੀ ਹੈ, ਮਤਲਬ ਟੋਟਲ ਐਗਰੀਗੇਟਡ ਡਿਮਾਂਡ ਦੇਖਣੀ ਹੈ। ਠੀਕ ਹੈ, ਕਿੰਨੀ ਆ, A ਤੋਂ ਲੈ ਕੇ YF ਤੱਕ। ਠੀਕ ਹੈ, ਆਪਾਂ ਨੂੰ ਚਾਹੀਦੀ ਕਿੰਨੀ ਸੀ, ਆਪਾਂ ਨੂੰ ਚਾਹੀਦੀ ਸਿਰਫ ਇੰਨੀ ਸੀ, E1 ਤੋਂ ਲੈ ਕੇ, ਫਿਰ ਉੱਪਰ ਤੋਂ ਸਟਾਰਟ ਹੋਣਾ, E1 ਤੋਂ ਲੈ ਕੇ ਆਪਾਂ ਨੂੰ ਚਾਹੀਦੀ ਕਿੰਨੀ ਸੀ, YF ਤੱਕ। ਮਤਲਬ ਆਪਾਂ ਮਾਈਨਸ ਕਰ ਦੇਣੀ ਹੈ ਟੋਟਲ ਚੋਂ ਜਿੰਨੀ ਆਪਾਂ ਨੂੰ ਰਿਕੁਆਇਰਡ ਸੀਗੀ, ਜਿੰਨੀ ਆਪਾਂ ਨੂੰ ਚਾਹੀਦੀ ਸੀ। ਮਤਲਬ E1 ਤੋਂ ਲੈ ਕੇ ਆਪਾਂ ਨੂੰ ਕਿੰਨੀ ਚਾਹੀਦੀ ਸੀ, YF ਤੱਕ। ਸੋ ਦੇਖੋ ਇਹਦੇ ਵਿੱਚੋਂ ਜਦੋਂ ਆਪਾਂ ਆਹ ਵਾਲੇ ਸਾਰੇ ਪੋਰਸ਼ਨ ਦੇ ਵਿੱਚੋਂ ਜਦੋਂ ਆਪਾਂ ਇੰਨਾ ਪੋਰਸ਼ਨ ਮਾਈਨਸ ਕਰ ਦਾਂਗੇ ਤਾਂ ਆਪਣੇ ਕੋਲ ਕੀ ਆ ਜਾਊਗਾ, ਆਪਣੇ ਕੋਲ ਆ ਜਾਣਾ AE1। ਮਤਲਬ AE1 ਆ, A ਤੋਂ ਲੈ ਕੇ E1 ਤੱਕ ਕਿਹੜਾ ਪੋਰਸ਼ਨ ਆ, ਜੋ ਆਪਣੀ ਐਕਸੈਸ ਡਿਮਾਂਡ ਨੂੰ ਸ਼ੋ ਕਰ ਰਿਹਾ। ਸੋ ਆਪਾਂ ਇੱਥੇ ਲਿਖ ਦਾਂਗੇ ਕਿ AE1 ਕੀ ਆ, ਆਪਣੇ ਕੋਲ ਐਕਸੈਸ ਡਿਮਾਂਡ ਦੀ ਪ੍ਰੋਬਲਮ ਆ। ਕਲੀਅਰ।
ਇਸ ਤੋਂ ਅੱਗੇ ਆਪਾਂ ਡਿਸਕਸ ਕਰਦੇ ਹਾਂ ਕਿ ਐਕਸੈਸ ਡਿਮਾਂਡ ਦੇ ਕੀ ਕੌਨਸੀਕੁਐਂਸਸ ਨੇ। ਠੀਕ ਹੈ, ਕਿ ਵਾਧੂ ਮੰਗ ਦੇ ਕਿਹੜੇ ਸਿੱਟੇ ਨੇ। ਸਿੱਟੇ ਦਾ ਮਤਲਬ ਕੀ ਹੁੰਦਾ ਕਿ ਐਕਸੈਸ ਡਿਮਾਂਡ ਦੇ ਆਉਣ ਦੇ ਨਾਲ ਆਪਣੀ ਇਕੋਨਮੀ ਦੇ ਉੱਤੇ ਕੀ ਇਫੈਕਟ ਪੈਂਦੇ ਆ, ਕੀ ਪ੍ਰਭਾਵ ਪੈਂਦੇ ਆ। ਠੀਕ ਹੈ, ਦੇਖੋ ਕਹਿੰਦੇ ਐਜ਼ ਅ ਰਿਜ਼ਲਟ ਆਫ ਇਨਕਰੀਜ਼ ਇਨ ਐਗਰੀਗੇਟ ਡਿਮਾਂਡ ਬਿਯੋਂਡ ਦਾ ਫੁੱਲ ਇੰਪਲੋਇਮੈਂਟ ਲੈਵਲ ਆਊਟਪੁੱਟ ਰਿਮੇਨਸ ਕੌਨਸਟੈਂਟ। ਇਹਦਾ ਮਤਲਬ ਕੀ ਆ, ਆਪਾਂ ਨੂੰ ਪਤਾ ਵੀ ਇਹ ਉਹ ਵਾਲੀ ਸਿਚੁਏਸ਼ਨ ਆ ਜਦੋਂ ਫੁੱਲ ਇੰਪਲੋਇਮੈਂਟ ਹੋਣ ਦੇ ਬਾਵਜੂਦ ਆਪਣੀ ਇਕੋਨਮੀ ਦੇ ਵਿੱਚ ਏਡੀ ਦੇ ਵਿੱਚ ਇਨਕਰੀਜ਼ ਹੁੰਦਾ। ਸੋ ਦੇਖੋ ਜਦੋਂ ਆਪਣੀ ਇਕੋਨਮੀ ਦੇ ਵਿੱਚ ਫੁੱਲ ਇੰਪਲੋਇਮੈਂਟ ਆ, ਮਤਲਬ ਜਿੰਨੇ ਲੋਕ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਕੰਮ ਮਿਲਿਆ ਹੋਇਆ, ਮਤਲਬ ਇਦੋਂ ਜ਼ਿਆਦਾ ਲੋਕਾਂ ਨੂੰ ਆਪਾਂ ਕੰਮ ਨਹੀਂ ਦੇ ਸਕਦੇ। ਮਤਲਬ ਕੀ ਆ, ਆਪਾਂ ਕਹਿ ਸਕਦੇ ਹਾਂ ਵੀ ਆਪਣੀ ਜਿਹੜੀ ਪ੍ਰੋਡਕਸ਼ਨ ਆ ਉਹ ਕੀ ਆ, ਕੌਨਸਟੈਂਟ ਰਹੂਗੀ। ਠੀਕ ਹੈ, ਸੋ ਦੇਖੋ ਕਹਿੰਦੇ ਫੁੱਲ ਇੰਪਲੋਇਮੈਂਟ ਹੋਣ ਦੇ ਕਾਰਨ ਆਪਣੀ ਇਕੋਨਮੀ ਦੇ ਵਿੱਚ ਨੋ ਇਨਕਰੀਜ਼ ਇਨ ਆਊਟਪੁੱਟ, ਮਤਲਬ ਪ੍ਰੋਡਕਸ਼ਨ ਨੂੰ ਵਧਾਇਆ ਨਹੀਂ ਜਾਊਗਾ। ਠੀਕ ਹੈ, ਤਾਂ ਆਹ ਸਿਚੁਏਸ਼ਨ ਦੇ ਵਿੱਚ ਜੇ ਪ੍ਰੋਡਕਸ਼ਨ ਨਹੀਂ ਵੱਧ ਰਹੀ, ਆਊਟਪੁੱਟ ਵਿੱਚ ਨਹੀਂ ਵਾਧਾ ਹੋ ਰਿਹਾ, ਤਾਂ ਆਪਣੀ ਇਕੋਨਮੀ ਦੇ ਵਿੱਚ ਕੀ ਹੋਊਗਾ। ਤਾਂ ਦੇਖੋ ਕਹਿੰਦੇ ਆਪਾਂ ਇਹਨੂੰ ਐਗਜ਼ਾਮਪਲ ਦੇ ਕੇ ਸਮਝਾ ਸਕਦੇ ਹਾਂ ਕਿ ਆਪਣੀ ਇਕੋਨਮੀ ਦੇ ਵਿੱਚ ਜੇ ਇੱਕ ਪ੍ਰੋਡਿਊਸਰ ਕੋਲ ਮੰਨ ਲਓ ਇੰਨੀਆਂ ਚੀਜ਼ਾਂ ਨੇ। ਠੀਕ ਹੈ, ਇੰਨੀਆਂ ਗੁਡਸ ਤੇ ਸਰਵਿਸ ਕੀ ਆ, ਉਹਨਾਂ ਨੇ ਆਊਟਪੁੱਟ ਕੀਤੀ ਹੋਈ ਆ, ਪ੍ਰੋਡਕਸ਼ਨ ਕੀਤੀ ਹੋਈ ਆ, ਆਪਣੀ ਇਕੋਨਮੀ ਦੇ ਵਿੱਚ ਇੰਨੀਆਂ ਗੁਡਸ ਐਂਡ ਸਰਵਿਸ ਪ੍ਰੋਡਿਊਸਡ ਨੇ। ਠੀਕ ਹੈ, ਇਹਨਾਂ ਦੀ ਸਪਲਾਈ ਹੋ ਚੁੱਕੀ ਆ, ਤਾਂ ਉਹਨਾਂ ਨੂੰ ਉਹਨਾਂ ਦੀ ਡਿਮਾਂਡ ਕਰਨ ਵਾਲੇ, ਇਹਨਾਂ ਗੁਡਸ ਤੇ ਸਰਵਿਸ ਦੀ ਡਿਮਾਂਡ ਕਰਨ ਵਾਲੀ ਜਿਹੜੀ ਪਬਲਿਕ ਆ, ਲੋਕ ਆ, ਉਹ ਜ਼ਿਆਦਾ ਮਤਲਬ ਕੀ ਆ, ਇਹ ਡਿਮਾਂਡ ਕੀ ਆ, ਵੱਧ ਕਰ ਰਹੇ ਆ। ਤਾਂ ਆਪਾਂ ਇਹੀ ਪੜ੍ਹਿਆ ਸੀ ਕਿ ਐਕਸੈਸ ਡਿਮਾਂਡ ਦੇ ਵਿੱਚ ਆਪਣੀ ਜਿਹੜੀ ਐਗਰੀਗੇਟ ਡਿਮਾਂਡ ਆ ਉਹ ਕੀ ਹੋਊਗੀ, ਜ਼ਿਆਦਾ ਹੋਊਗੀ, ਤੇ ਐਗਰੀਗੇਟ ਸਪਲਾਈ ਕੀ ਆ, ਉਹ ਘੱਟ ਆ। ਠੀਕ ਹੈ, ਤਾਂ ਇਸ ਸਿਚੁਏਸ਼ਨ ਦੇ ਵਿੱਚ ਪ੍ਰੋਡਿਊਸਰ ਕੀ ਕਰਨਗੇ, ਮੰਨ ਲਓ ਆ ਗੁਡਸ ਐਂਡ ਸਰਵਿਸ ਦਾ ਕਿਸੇ ਵੀ ਗੁੱਡ ਦਾ ਪ੍ਰਾਈਸ ਕੀ ਸੀਗਾ, ਪਹਿਲਾਂ 10 ਰੁਪੀਜ਼ ਸੀ। ਠੀਕ ਹੈ, ਹੁਣ ਉਹਨੂੰ ਲੱਗਿਆ ਵੀ ਮੇਰੇ ਕੋਲ ਗੁਡਸ ਤੇ ਸਰਵਿਸ ਕੀ ਆ, ਬਹੁਤ ਜ਼ਿਆਦਾ ਘੱਟ ਆ, ਪਰ ਉਹਨਾਂ ਦੀ ਡਿਮਾਂਡ ਕਰਨ ਵਾਲੇ ਲੋਕ ਬਹੁਤ ਜ਼ਿਆਦਾ। ਸੋ ਦੇਖੋ ਪ੍ਰੋਡਿਊਸਰ ਇਸ ਸਿਚੁਏਸ਼ਨ ਦੇ ਵਿੱਚ ਕੀ ਆ, ਉਹਨਾਂ ਗੁਡਸ ਤੇ ਸਰਵਿਸ ਦਾ ਕੀ ਆ, ਪ੍ਰਾਈਸ ਨੂੰ ਵਧਾ ਦੂਗਾ। ਠੀਕ ਹੈ, ਤਾਂ ਉਹ ਵਧੇ ਹੋਏ ਪ੍ਰਾਈਸ ਨੂੰ ਦੇਖ ਕੇ ਅੱਧੇ ਲੋਕਾਂ ਨੇ ਕੀ ਕਰਨਾ, ਆਪਣੀ ਡਿਮਾਂਡ ਨੂੰ ਘਟਾ ਦੇਣਾ, ਕਿਉਂਕਿ ਪ੍ਰਾਈਸਿਸ ਕੀ ਆ, ਬਹੁਤ ਜ਼ਿਆਦਾ ਵੱਧਦਾ। ਪਹਿਲਾਂ ਉਹੀ ਚੀਜ਼ ਘੱਟ ਰੁਪੀਜ਼ ਦੀ ਮਿਲ ਰਹੀ ਸੀ, ਹੁਣ ਉਹਦਾ ਪ੍ਰਾਈਸ ਕੀ ਆ, ਜ਼ਿਆਦਾ ਹੋ ਗਿਆ। ਸੋ ਦੇਖੋ ਤਾਂ ਆਪਾਂ ਕਹਿ ਸਕਦੇ ਹਾਂ ਵੀ ਜਦੋਂ ਆਪਣੀ ਇਕੋਨਮੀ ਦੇ ਵਿੱਚ ਕੀ ਆ, ਏਡੀ ਜ਼ਿਆਦਾ ਹੁੰਦੀ ਆ, ਮਤਲਬ ਐਕਸੈਸ ਡਿਮਾਂਡ ਹੁੰਦੀ ਹੈ, ਤਾਂ ਉਸ ਸਿਚੁਏਸ਼ਨ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਕੀ ਹੁੰਦਾ, ਪ੍ਰਾਈਸਿਸ ਦੇ ਵਿੱਚ ਇਨਕਰੀਜ਼ ਆਉਂਦਾ। ਸੋ ਦੇਖੋ ਕਹਿੰਦੇ ਦਾ ਐਕਸੈਸ ਡਿਮਾਂਡ ਫॉर ਗੁਡਸ ਐਂਡ ਸਰਵਿਸਿਜ਼ ਲੀਡਸ ਟੂ ਪ੍ਰਾਈਸ ਇਨ ਜਨਰਲ ਪ੍ਰਾਈਸ ਲੈਵਲ। ਤਾਂ ਦੇਖੋ ਕਹਿੰਦੇ ਜਦੋਂ ਗੁਡਸ ਤੇ ਸਰਵਿਸ ਦੀ ਡਿਮਾਂਡ ਕੀ ਆ, ਜ਼ਿਆਦਾ ਹੋ ਜਾਂਦੀ ਆ, ਤਾਂ ਉਹਦੇ ਨਾਲ ਕੀ ਆ, ਆਪਣੇ ਜਿਹੜੀ ਗੁਡਸ ਤੇ ਸਰਵਿਸ ਦੇ ਪ੍ਰਾਈਸਿਸ ਆ ਉਹ ਕੀ ਆ, ਵਧਣੇ ਸ਼ੁਰੂ ਹੋ ਜਾਂਦੇ ਆ। ਤਾਂ ਉਹ ਸਿਚੁਏਸ਼ਨ ਦੇ ਨਾਲ ਆਪਣੀ ਇਕੋਨਮੀ ਦੇ ਵਿੱਚ ਜਦੋਂ ਆਪਾਂ ਕੀ ਕਹਿੰਦੇ ਆ ਵੀ ਇਨਕਰੀਜ਼ ਹੁੰਦਾ ਇਨ ਦਾ ਪ੍ਰਾਈਸ ਲੈਵਲ, ਤਾਂ ਉਹ ਸਿਚੁਏਸ਼ਨ ਨੂੰ ਕੀ ਬੋਲਦੇ ਆ ਕਿ ਇਨਫਲੇਸ਼ਨ ਆ ਗਿਆ ਆਪਣੀ ਇਕੋਨਮੀ ਦੇ ਵਿੱਚ। ਤਾਂ ਪੰਜਾਬੀ ਵਿੱਚ ਉਹਨੂੰ ਕਹਿੰਦੇ ਆ ਮੁਦਰਾ ਸਫੀਤੀ। ਸੋ ਦੇਖੋ ਕਹਿੰਦੇ ਆਪਣਾ ਫਸਟ ਰਿਜ਼ਲਟ ਇਹੀ ਆ ਕਿ ਐਕਸੈਸ ਡਿਮਾਂਡ ਦੇ ਨਾਲ ਕੀ ਹੁੰਦਾ, ਆਪਣੀ ਇਕੋਨਮੀ ਦੇ ਵਿੱਚ ਇਨਫਲੇਸ਼ਨ ਦੀ ਪ੍ਰੋਬਲਮ ਆ ਜਾਂਦੀ ਹੈ। ਕਲੀਅਰ। ਸੋ ਇਸ ਤੋਂ ਅੱਗੇ ਦੇਖੋ ਕਿ ਕਾਜ਼ਸ ਆਫ ਐਕਸੈਸ ਡਿਮਾਂਡ ਕੀ ਆ, ਵਾਧੂ ਮੰਗ ਦੇ ਕੀ ਕਾਰਨ ਆ। ਠੀਕ ਹੈ, ਇਹ ਟੌਪਿਕ ਦਾ ਮਤਲਬ ਕੀ ਆ ਵੀ ਆਪਣੀ ਇਕੋਨਮੀ ਦੇ ਵਿੱਚ ਐਕਸੈਸ ਡਿਮਾਂਡ ਦੀ ਸਿਚੁਏਸ਼ਨ ਕਿਉਂ ਆਉਂਦੀ ਹੈ, ਉਹਦੇ ਕੀ ਕਾਰਨ ਆ। ਕਹਿੰਦੇ ਫਸਟ ਕਾਰਨ ਹੈ ਜਦੋਂ ਆਪਣੀ ਇਕੋਨਮੀ ਦੇ ਵਿੱਚ ਮਨੀ ਸਪਲਾਈ ਜ਼ਿਆਦਾ ਹੁੰਦੀ ਹੈ, ਮਤਲਬ ਲੋਕਾਂ ਦੇ ਹੱਥਾਂ ਵਿੱਚ ਪੈਸਾ ਜ਼ਿਆਦਾ ਹੁੰਦਾ, ਮਨੀ ਸਪਲਾਈ ਜ਼ਿਆਦਾ ਹੁੰਦੀ ਹੈ। ਠੀਕ ਹੈ, ਤਾਂ ਕੀ ਆ, ਲੋਕ ਕੀ ਆ, ਮੰਗ ਜ਼ਿਆਦਾ ਕਰਦੇ ਆ, ਤਾਂ ਕੀ ਆ ਜਾਂਦੀ ਹੈ, ਐਕਸੈਸ ਡਿਮਾਂਡ। ਇਸ ਤੋਂ ਬਿਨਾਂ ਜਦੋਂ ਲੋਕ ਕੀ ਆ, ਕੰਜ਼ੰਪਸ਼ਨ ਐਕਸਪੈਂਡੀਚਰ ਜ਼ਿਆਦਾ ਕਰਦੇ ਆ, ਖਰਚ ਜ਼ਿਆਦਾ ਕਰਦੇ ਆ। ਜੇ ਖਰਚ ਜ਼ਿਆਦਾ ਕਰਦੇ ਆ ਮਤਲਬ ਉਹਨਾਂ ਦੀ ਡਿਮਾਂਡ ਵੀ ਜ਼ਿਆਦਾ ਹੋਊਗੀ, ਤਾਂ ਡਿਮਾਂਡ ਜ਼ਿਆਦਾ ਹੋਣ ਦੇ ਕਾਰਨ ਕੀ ਹੋ ਜਾਂਦੀ ਹੈ, ਐਕਸੈਸ ਡਿਮਾਂਡ ਦੀ ਪ੍ਰੋਬਲਮ ਆ ਜਾਂਦੀ ਹੈ। ਇਸ ਤੋਂ ਬਿਨਾਂ ਇਨਕਰੀਜ਼ ਇਨ ਐਕਸਪੋਰਟ ਡਿਮਾਂਡ, ਜਿਹੜੀ ਲੋਕ ਚੀਜ਼ਾਂ ਬਾਹਰ ਭੇਜਦੇ ਆ, ਠੀਕ ਹੈ, ਤਾਂ ਉਹਨਾਂ ਦੀ ਡਿਮਾਂਡ ਵਧਣ ਦੇ ਨਾਲ ਕੀ ਹੈ, ਐਕਸੈਸ ਡਿਮਾਂਡ ਦੀ ਪ੍ਰੋਬਲਮ ਆ ਜਾਂਦੀ ਹੈ। ਇਸ ਤੋਂ ਬਿਨਾਂ ਕਹਿੰਦੇ ਜਿਹੜੇ ਲੋਕ ਇਨਵੈਸਟਮੈਂਟ ਕਰਦੇ ਆ ਜਾਂ ਕੈਪੀਟਲ ਗੁਡਸ ਦੀ ਡਿਮਾਂਡ ਕਰਦੇ ਆ, ਉਹਦੇ ਵਿੱਚ ਵਾਧਾ ਹੋਣ ਦੇ ਨਾਲ ਆਪਣੀ ਇਕੋਨਮੀ ਦੇ ਵਿੱਚ ਐਕਸੈਸ ਡਿਮਾਂਡ ਦੀ ਪ੍ਰੋਬਲਮ ਆ ਜਾਂਦੀ ਹੈ। ਠੀਕ ਹੈ, ਇਸ ਤੋਂ ਬਿਨਾਂ ਦੇਖੋ ਆਪਾਂ ਹੋਰ ਪੁਆਇੰਟ ਐਡ ਔਨ ਕਰ ਸਕਦੇ ਹਾਂ ਕਿ ਇਨਕਰੀਜ਼ ਇਨ ਗਵਰਨਮੈਂਟ ਐਕਸਪੈਂਡੀਚਰ। ਕਹਿੰਦੇ ਜਿਹੜੀ ਗਵਰਨਮੈਂਟ ਆ, ਜਦੋਂ ਸਰਕਾਰ ਆਪਣੇ ਖਰਚਿਆਂ ਨੂੰ ਵਧਾ ਦਿੰਦੀ ਆ, ਗਵਰਨਮੈਂਟ ਲੋਕਾਂ ਦੇ ਲਈ ਕੀ ਆ, ਜ਼ਿਆਦਾ ਤੋਂ ਜ਼ਿਆਦਾ ਖਰਚੇ ਕਰ ਰਹੀ ਆ, ਉਹਨਾਂ ਨੂੰ ਹੈਲਪ ਦੇ ਰਹੀ ਆ, ਤਾਂ ਅਫਕੋਰਸ ਉਹਨਾਂ ਦੀ ਇਨਕਮ ਦੇ ਵਿੱਚ ਵੀ ਵਾਧਾ ਹੋਊਗਾ। ਜਦੋਂ ਇਨਕਮ ਦੇ ਵਿੱਚ ਵਾਧਾ ਹੋਊਗੀ ਤਾਂ ਲੋਕ ਕੀ ਆ, ਡਿਮਾਂਡ ਵੀ ਜ਼ਿਆਦਾ ਕਰਨਗੇ, ਜਿਹਦੇ ਨਾਲ ਕੀ ਆ, ਐਕਸੈਸ ਡਿਮਾਂਡ ਦੀ ਪ੍ਰੋਬਲਮ ਆ ਜਾਊਗੀ। ਤਾਂ ਦੇਖੋ ਇਸ ਤੋਂ ਬਿਨਾਂ ਡਿਕਰੀਜ਼ ਇਨ ਇੰਪੋਰਟਸ, ਜਦੋਂ ਆਪਾਂ ਇੰਪੋਰਟਸ ਕੀ ਆ ਘਟਾ ਦਿੰਦੇ ਆ, ਤਾਂ ਉਦੋਂ ਕੀ ਆ, ਮੰਗ
ਵਾਂਗ ਆਪਣੇ ਦੇਸ਼ ਦੇ ਵਿੱਚ ਕੀ ਆ ਏਡੀ ਵੱਧ ਜਾਂਦੀ ਹੈ। ਠੀਕ ਹੈ, ਤਾਂ ਇਸ ਤੋਂ ਬਿਨਾਂ ਦੇਖੋ ਜਦੋਂ ਟੈਕਸ ਰੇਟ ਕੀ ਆ ਘਟ ਜਾਂਦੇ ਆ, ਜਦੋਂ ਟੈਕਸ ਰੇਟ ਘਟ ਗਏ ਤਾਂ ਆਪਣੀ ਆਮਦਨ ਕੀ ਆ, ਆਪਣੀ ਜਿਹੜੀ ਪਰਚੇਜ਼ਿੰਗ ਪਾਵਰ ਆ ਉਹ ਵੱਧ ਜਾਂਦੀ ਆ, ਮਤਲਬ ਆਪਣੀ ਇਨਕਮ ਦੇ ਵਿੱਚ ਇਨਕਰੀਜ਼ ਹੋ ਜਾਂਦਾ ਜਦੋਂ ਆਪਾਂ ਨੂੰ ਟੈਕਸ ਘੱਟ ਦੇਣੇ ਪੈਂਦੇ ਆ। ਠੀਕ ਹੈ, ਟੈਕਸ ਰੇਟ ਘੱਟ ਹੋਣ ਦੇ ਨਾਲ ਸੋ ਕੀ ਆ ਆਪਣੀ ਵਧੀ ਹੋਈ ਆਮਦਨ ਦੇ ਨਾਲ ਆਪਾਂ ਕੀ ਆ ਆਪਦੀ ਡਿਮਾਂਡ ਨੂੰ ਵੀ ਕੀ ਕਰ ਦਿੰਦੇ ਆ, ਇਨਕਰੀਜ਼ ਕਰ ਦਿੰਦੇ ਆ। ਇਹਦੇ ਨਾਲ ਕੀ ਆ ਐਕਸੈਸ ਡਿਮਾਂਡ ਦੀ ਪ੍ਰੋਬਲਮ ਆਉਂਦੀ ਆ। ਸੋ ਇਹ ਇਹਦੇ ਸਾਰੇ ਕਾਰਨ ਸੀ ਜਿਹਦੇ ਨਾਲ ਕੀ ਆ ਆਪਣੀ ਇਕੋਨਮੀ ਦੇ ਵਿੱਚ ਐਕਸੈਸ ਡਿਮਾਂਡ ਦੀ ਪ੍ਰੋਬਲਮ ਆਉਂਦੀ ਆ। ਇਸ ਤੋਂ ਅੱਗੇ ਦੇਖੋ ਕਿ ਜੋ ਆਪਣਾ ਇਹਦੇ ਨਾਲ ਹੀ ਟੌਪਿਕ ਜੁੜਿਆ ਹੋਇਆ ਇਨਫਲੇਸ਼ਨਰੀ ਗੈਪ, ਆਪਾਂ ਹੁਣੀ ਪੜ੍ਹ ਕੇ ਹਟੇ ਹਾਂ ਕਿ ਦਾ ਕੰਸੈਪਟ ਆਫ ਇਨਫਲੇਸ਼ਨਰੀ ਗੈਪ ਰਿਲੇਟਸ ਟੂ ਦਾ ਸਿਚੁਏਸ਼ਨ ਆਫ ਐਕਸੈਸ ਡਿਮਾਂਡ। ਵੀ ਜਿਹੜਾ ਇਨਫਲੇਸ਼ਨਰੀ ਗੈਪ ਆ ਉਹ ਕਿਹਦੇ ਨਾਲ ਜੁੜਿਆ ਹੋਇਆ, ਐਕਸੈਸ ਡਿਮਾਂਡ ਦੇ ਨਾਲ ਹੀ ਜੁੜਿਆ ਹੋਇਆ। ਠੀਕ ਹੈ, ਜੋ ਆਪਣੀ ਡਾਇਗਰਾਮ ਸੀ ਆਪਾਂ ਐਕਸੈਸ ਡਿਮਾਂਡ ਨੂੰ ਆਹ ਵਾਲੀ ਸਾਈਡ ਤੇ ਦਿਖਾਇਆ ਸੀ, ਪਰ ਆਪਾਂ ਇਨਫਲੇਸ਼ਨਰੀ ਗੈਪ ਮਤਲਬ ਆਪਣੇ ਪ੍ਰਾਈਸਿਸ ਪਹਿਲਾਂ ਇੰਨੇ ਸੀ, ਇੰਨੇ ਤੋਂ ਵੱਧ ਕੇ ਇੰਨੇ ਹੋ ਗਏ, ਮਤਲਬ ਆਪਣੀ ਇਨਕਮ ਦੇ ਵਿੱਚ ਇਨਕਰੀਜ਼ ਹੋਇਆ। ਉਹ ਇਨਕਰੀਜ਼ ਕਾਹਦੇ ਕਰਕੇ ਹੋਇਆ, ਕਿਉਂਕਿ ਪ੍ਰਾਈਸਿਸ ਕੀ ਆ ਉਹਨਾਂ ਦੇ ਵਿੱਚ ਇਨਕਰੀਜ਼ ਹੋਇਆ। ਠੀਕ ਹੈ, ਆਪਣੀ ਇਨਕਮ ਇੰਨੀ ਹੋਣੀ ਚਾਹੀਦੀ ਸੀ, ਪ੍ਰਾਈਸਿਸ ਇੰਨੇ ਹੋਣੇ ਚਾਹੀਦੇ ਸੀ, ਪਰ ਪ੍ਰਾਈਸਿਸ ਕਿੰਨੇ ਹੋਏ, YN ਤੇ ਹੋਏ, ਮਤਲਬ ਆਪਣੀ ਇਨਕਮ YN ਤੱਕ ਹੋਈ। ਤਾਂ ਉਸ ਚੀਜ਼ ਨੇ ਜੋ ਆਪਣੀ ਇਹ ਵਾਲੀ ਸਿਚੁਏਸ਼ਨ ਸੀ ਕਿ ਐਗਰੀਗੇਟ ਡਿਮਾਂਡ ਵਧਣ ਦੇ ਨਾਲ ਕੀ ਹੋਇਆ, ਆਪਣੇ ਦੇਸ਼ ਦੇ ਵਿੱਚ ਪ੍ਰਾਈਸਿਸ ਵਧਣ ਲੱਗ ਗਏ, ਮਤਲਬ ਇਨਫਲੇਸ਼ਨ ਆਉਣ ਲੱਗ ਗਈ। ਸੋ ਆਹ ਵਾਲੇ ਗੈਪ ਨੂੰ ਕੀ ਬੋਲਦੇ ਆ ਆਪਾਂ, ਇਨਫਲੇਸ਼ਨਰੀ ਗੈਪ। ਸੋ ਇਹ ਵਾਲੇ ਇਹਨੂੰ ਪੰਜਾਬੀ ਦੇ ਵਿੱਚ ਬੋਲਦੇ ਆ ਮੁਦਰਾ ਸਫੀਤੀ ਪਾੜਾ। ਠੀਕ ਹੈ, ਸੋ ਜੋ ਕਾਹਦੇ ਕਰਕੇ ਆਉਂਦਾ, ਜੋ ਐਕਸੈਸ ਡਿਮਾਂਡ ਕਰਕੇ ਆਉਂਦਾ, ਵੀ ਆਪਣੀ ਇਕੋਨਮੀ ਦੇ ਵਿੱਚ ਐਗਰੀਗੇਟ ਡਿਮਾਂਡ ਜ਼ਿਆਦਾ ਹੁੰਦੀ ਹੈ ਸਪਲਾਈ ਦੇ ਨਾਲੋਂ, ਆਪਾਂ ਸਪਲਾਈ ਨੂੰ ਨਹੀਂ ਵਧਾ ਸਕਦੇ ਕਿਉਂਕਿ ਆਪਣੀ ਇਕੋਨਮੀ ਦੇ ਵਿੱਚ ਫੁੱਲ ਇੰਪਲਾਇਮੈਂਟ ਦੀ ਸਿਚੁਏਸ਼ਨ ਹੁੰਦੀ ਹੈ, ਤਾਂ ਪ੍ਰਾਈਸਿਸ ਦੇ ਵਿੱਚ ਕੀ ਆਉਂਦਾ, ਇਨਕਰੀਜ਼ ਆਉਂਦਾ। ਤਾਂ ਉਹ ਸਿਚੁਏਸ਼ਨ ਨੂੰ ਆਪਾਂ ਕੀ ਬੋਲਦੇ ਆ, ਇਨਫਲੇਸ਼ਨਰੀ ਗੈਪ। ਕਲੀਅਰ।